ਸਾਰੇ ਦਰਸ਼ਕਾਂ ਨੂੰ ਜੈ ਮਸੀਹ ਦੀ। ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਤੁਹਾਡਾ ਸਭਨਾਂ ਦਾ ਸਵਾਗਤ ਹੈ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਆਪਣੇ ਪਰਿਵਾਰਾਂ ਦੇ ਵਿੱਚ ਸਲਾਮਤੀ ਦੇ ਨਾਲ ਹੋਵੋਗੇ ਅਤੇ ਪਰਮੇਸ਼ਰ ਦੇ ਵਚਨ ਦਾ ਆਨੰਦ ਮਾਣ ਰਹੇ ਹੋਵੋਗੇ। ਦੋਸਤੋ, ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਬਚਾਉਣ ਵਾਲੀ ਸ਼ਕਤੀ ਦੇ ਬਾਰੇ ਚਰਚਾ ਕਰ ਰਹੇ ਸੀ। ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਵੇਖਿਆ ਕਿ ਪ੍ਰਭੂ ਯਿਸੂ ਜੀ ਸਾਨੂੰ ਭਾਲਦੇ ਹਨ। ਅਸੀਂ ਜਾਣਿਆ ਕਿ ਅਸੀਂ ਭਾਵੇਂ ਕੋਈ ਵੀ ਕਿਉਂ ਨਾ ਹੋਈਏ, ਅਸੀਂ ਭਾਵੇਂ ਕਿੱਥੇ ਵੀ ਕਿਉਂ ਨਾ ਹੋਈਏ, ਪ੍ਰਭੂ ਯਿਸੂ ਜੀ ਸਾਨੂੰ ਪਾਲਦੇ ਹਨ ਅਤੇ ਸਾਡੀ ਜਾਤੀ ਪੱਖੋਂ, ਸਮਾਜਿਕ ਜਾਂ ਸੱਭਿਆਚਾਰਕ ਵੰਡ ਪੱਖੋਂ ਸਾਡੇ ਨਾਲ ਕੋਈ ਵੀ ਵਿਤਕਰਾ ਨਹੀਂ ਕਰਦੇ। ਪ੍ਰਭੂ ਯਿਸੂ ਜੀ ਸਾਨੂੰ ਸਾਰਿਆਂ ਨੂੰ ਇੱਕੋ ਜਿਹਾ ਪਿਆਰ ਕਰਦੇ ਹਨ। ਉਹਨਾਂ ਦੇ ਪਿਆਰ ਦੇ ਵਿੱਚ ਕੋਈ ਭੇਦਭਾਵ ਨਹੀਂ ਹੈ। ਇਸ ਤੋਂ ਬਾਅਦ ਅਸੀਂ ਇਹ ਜਾਣਿਆ ਕਿ ਪ੍ਰਭੂ ਯਿਸੂ ਜੀ ਸਾਨੂੰ ਕਿਵੇਂ ਬਚਾਉਂਦੇ ਹਨ। ਅਸੀਂ ਜਾਣਿਆ ਕਿ ਪ੍ਰਭੂ ਯਿਸੂ ਜੀ ਸਾਡੀ ਮਨੁੱਖ ਜਾਤੀ ਦੇ ਨਾਲ ਇਕਸਾਰ ਹੁੰਦੇ ਹਨ। ਹੁਣ ਅਸੀਂ ਇਸ ਤੋਂ ਅੱਗੇ ਵਧਦੇ ਹਾਂ ਔਰ ਅੱਗੇ ਵਧ ਕੇ ਅਸੀਂ ਸਿੱਖਾਂਗੇ ਕਿ ਬਾਈਬਲ ਬਾਣੀ ਪ੍ਰਭੂ ਯਿਸੂ ਜੀ ਦੇ ਬਚਾਉਣ ਬਾਰੇ ਅਤੇ ਸਾਨੂੰ ਭੇਜਣ ਬਾਰੇ ਕੀ ਕਹਿੰਦੀ ਹੈ। ਸੋ ਦੋਸਤੋ, ਸਮੇਂ ਨੂੰ ਬਹੁਮੁੱਲ ਜਾਣਦੇ ਹੋਏ ਛੇਤੀ ਨਾਲ ਆਪਣੇ ਅਧਿਐਨ ਦੀ ਸ਼ੁਰੂਆਤ ਕਰਦੇ ਹਾਂ। ਕੀ ਤੁਹਾਨੂੰ ਨਿਕੋਦਿਮਸ ਬਾਰੇ ਯਾਦ ਹੈ? ਯਿਸੂ ਨੇ ਨਿਕੋਦਿਮਸ ਨਾਲ ਗੱਲ ਖਤਮ ਕੀਤੀ ਤਾਂ ਉਸਨੇ ਕਿਹਾ, ਇਹ ਗੱਲਾਂ ਕਿਵੇਂ ਹੋ ਸਕਦੀਆਂ ਹਨ? ਜੇ ਤੁਹਾਨੂੰ ਇਹ ਅਸਲੀ ਮੂਲ ਵਚਨ ਵਿੱਚ ਕਹਿਣਾ ਹੋਵੇ ਤਾਂ ਇਹ ਇਸ ਤਰ੍ਹਾਂ ਹੈ, ਮੇਰੇ ਨਾਲ ਇਹ ਕਿਵੇਂ ਹੋ ਸਕਦਾ ਹੈ? ਮੈਂ ਇਸ ਨੂੰ ਕਿਵੇਂ ਪਾ ਸਕਦਾ ਹਾਂ? ਹੁਣ ਵੇਖੋ ਯਿਸੂ ਕਿਵੇਂ ਇਸ ਔਰਤ ਨਾਲ ਵਾਰਤਾਲਾਪ ਕਰਦਾ ਹੈ ਅਤੇ ਕਿਵੇਂ ਉਹ ਇਸ ਔਰਤ ਤੱਕ ਪਹੁੰਚਣ ਲਈ ਉਸ ਦੀ ਉਤਸੁਕਤਾ ਨੂੰ ਚੁਕਾਉਂਦਾ ਹੈ। ਐਤ 9। ਤਾਂ ਉਸ ਸਾਮਰੀ ਤੀਵੀ ਨੇ ਉਹਨੂੰ ਆਖਿਆ, ਭਲਾ ਤੂੰ ਯਹੂਦੀ ਹੋ ਕੇ ਮੇਰੇ ਕੋਲੋਂ ਜੋ ਸਾਮਰੀ ਤੀਵੀ ਹੈ ਪੀਣ ਨੂੰ ਕਿਵੇਂ ਮੰਗਦਾ ਹੈ? ਯਿਸੂ ਨੇ ਉਹਨੂੰ ਉੱਤਰ ਦਿੱਤਾ, ਜੇ ਤੂੰ ਪਰਮੇਸ਼ਰ ਦੀ ਬਖਸ਼ਿਸ਼ ਨੂੰ ਜਾਣਦੀ ਅਤੇ ਇਹ ਕੌਣ ਹੈ ਜੋ ਤੈਨੂੰ ਆਖਦਾ ਹੈ, ਭਾਈ ਮੈਨੂੰ ਜਲ ਪਿਆ, ਤਾਂ ਤੂੰ ਉਸ ਕੋਲੋਂ ਮੰਗਦੀ ਅਤੇ ਉਹ ਤੈਨੂੰ ਅੰਮ੍ਰਿਤ ਜਲ ਦਿੰਦਾ। ਤੀਵੀ ਨੇ ਉਹਨੂੰ ਆਖਿਆ, ਮਹਾਰਾਜ, ਤੇਰੇ ਕੋਲ ਕੋਈ ਡੋਲ ਵੀ ਨਹੀਂ ਅਤੇ ਨਾਲੇ ਖੂਹ ਵੀ ਡੂੰਘਾ ਹੈ। ਅਸਲ ਵਿੱਚ ਮੈਂ ਵੇਖਿਆ ਹੈ, ਖੂਹ 105 ਫੁੱਟ ਡੂੰਘਾ ਸੀ ਅਤੇ ਤੇਰੇ ਕੋਲ ਇਸ ਵਿੱਚ ਪਾਣੀ ਕੱਢਣ ਲਈ ਕੁਝ ਵੀ ਨਹੀਂ ਹੈ। ਪ੍ਰਭੂ, ਤੇਰੇ ਕੋਲ ਕੋਈ ਵੀ ਬਾਲਟੀ ਨਹੀਂ ਹੈ ਅਤੇ ਫਿਰ ਸਵਾਲ ਹੈ, ਫਿਰ ਅੰਮ੍ਰਿਤ ਜਲ ਤੈਨੂੰ ਕਿੱਥੋਂ ਮਿਲਿਆ ਹੈ? ਭਲਾ ਤੂੰ ਸਾਡਾ ਪਿਤਾ ਯਾਕੂਬ ਤੋਂ ਵੱਡਾ ਹੈ, ਜਿਹਨੇ ਸਾਨੂੰ ਇਹ ਖੂਹ ਦਿੱਤਾ ਅਤੇ ਉਹਨੇ ਆਪ ਨਾਲੇ ਉਹਦੇ ਪੁੱਤਰ ਅਤੇ ਉਹਦੇ ਪਸ਼ੂਆਂ ਨੇ ਇਸ ਵਿੱਚੋਂ ਪੀਤਾ। ਹੁਣ ਇਸ ਤੋਂ ਪਹਿਲਾਂ ਕਿ ਯਿਸੂ ਇਸ ਸਾਮਰੀਆ ਦੀ ਔਰਤ ਨਾਲ ਗੱਲਬਾਤ ਕਰਨੀ ਖਤਮ ਕਰਦਾ, ਉਹ ਉਸ ਨੂੰ ਸਾਰੇ ਸਹੀ ਸਵਾਲ ਪੁੱਛ ਰਹੀ ਹੈ। ਯਿਸੂ ਨੇ ਉਸ ਦੀ ਉਤਸੁਕਤਾ ਨੂੰ ਇਸੇ ਤਰੀਕੇ ਨਾਲ ਜਗਾ ਦਿੱਤਾ ਕਿ ਉਹ ਉਸ ਨੂੰ ਇਹੋ ਜਿਹਾ ਸਵਾਲ ਪੁੱਛਣ ਲਈ ਤਿਆਰ ਹੈ ਜੋ ਸਾਡੇ ਵਿੱਚੋਂ ਜ਼ਿਆਦਾਤਰ ਲੋਕ ਸੋਚਦੇ ਹਨ ਕਿ ਸਾਨੂੰ ਉਸ ਕੋਲੋਂ ਪੁੱਛਣ ਲਈ ਤਿਆਰ ਰਹਿਣਾ ਚਾਹੀਦਾ ਹੈ, ਜਿਸ ਨੂੰ ਅਸੀਂ ਗਵਾਹੀ ਦੇ ਰਹੇ ਹੁੰਦੇ ਹਾਂ। ਕਿੰਨੀ ਅਦਭੁਤ ਗੱਲ ਹੋਵੇਗੀ ਜੇ ਤੁਸੀਂ ਜਿੱਥੇ ਕਿਤੇ ਵੀ ਜਾਂਦੇ ਹੋ ਤਾਂ ਤੁਹਾਡੀ ਜ਼ਿੰਦਗੀ ਬਾਰੇ ਕੁਝ ਇਹੋ ਜਿਹੀ ਗੱਲ ਹੁੰਦੀ ਹੈ ਜੋ ਉਹਨਾਂ ਲੋਕਾਂ ਦੀ ਜੋ ਤੁਹਾਡੇ ਨਾਲ ਕੰਮ ਕਰਦੇ ਹਨ ਉਤਸੁਕਤਾ ਨੂੰ ਇਹ ਪੁੱਛਣ ਲਈ ਜਗਾ ਦਿੰਦੀ ਹੈ। ਇਉਂ ਹੀ ਤੇਰੇ ਵਿੱਚ ਇਹੋ ਜਿਹੀ ਕਿਹੜੀ ਗੱਲ ਹੈ? ਤੇਰੇ ਵਿੱਚ ਉਹ ਕਿਹੜੀ ਗੱਲ ਹੈ ਜੋ ਮੇਰੇ ਵਿੱਚ ਨਹੀਂ ਹੈ? ਮੈਂ ਯਕੀਨਨ ਉਹ ਪਾਉਣਾ ਚਾਹਾਂਗਾ ਜੋ ਤੇਰੇ ਵਿੱਚ ਹੈ। ਬਹੁਤ ਸਾਰੇ ਇਹੋ ਜਿਹੇ ਮਸੀਹ ਲੋਕ ਹਨ ਕਿ ਜਦੋਂ ਲੋਕ ਉਹਨਾਂ ਨੂੰ ਵੇਖਦੇ ਹਨ, ਉਹਨਾਂ ਦੇ ਆਲੇ ਦੁਆਲੇ ਦੇ ਲੋਕ ਡਰ ਜਾਂਦੇ ਹਨ ਕਿ ਉਹਨਾਂ ਨੂੰ ਵੀ ਉਹੀ ਮਿਲਣ ਜਾ ਰਿਹਾ ਹੈ ਜੋ ਉਹਨਾਂ ਦੇ ਕੋਲ ਹੈ। ਕਿ ਤੁਸੀਂ ਜਾਣਦੇ ਹੋ? ਅਤੇ ਉਹ ਕਹਿੰਦੇ ਹਨ, ਨਹੀਂ, ਕਿਰਪਾ ਕਰਕੇ ਮੈਨੂੰ ਇਹ ਨਾ ਦਿਓ। ਪਰ ਸਾਡੇ ਅੰਦਰ ਕਿਸੇ ਨੂੰ ਜਿੱਤਣ ਦੀ ਇਹੋ ਜਿਹੀ ਸ਼ਕਤੀ ਹੋਣੀ ਚਾਹੀਦੀ ਹੈ ਕਿ ਜਦੋਂ ਲੋਕ ਸਾਨੂੰ ਵੇਖਣ ਤਾਂ ਉਹ ਸਮਝ ਜਾਣ ਕਿ ਅਸੀਂ ਜ਼ਿੰਦਗੀ ਦਾ ਜਵਾਬ ਕਿਵੇਂ ਦਿੰਦੇ ਹਾਂ। ਇਸ ਔਰਤ ਵਾਂਗੂ ਉਹਨਾਂ ਵਿੱਚ ਵੀ ਉਤਸੁਕਤਾ ਜਾਗ ਜਾਵੇ। ਯਿਸੂ ਨੇ ਆਪਣੇ ਆਲੇ ਦੁਆਲੇ ਨੂੰ ਉਦਾਹਰਨਾਂ ਵਜੋਂ ਇਸਤੇਮਾਲ ਕੀਤਾ। ਕਿ ਤੁਸੀਂ ਇਸ ਗੱਲ ਤੇ ਗੌਰ ਕੀਤਾ ਹੈ? ਉਸ ਨੂੰ 4 ਆਤਮਿਕ ਨਿਯਮ ਕਿਤਾਬ ਦੀ ਲੋੜ ਨਹੀਂ ਪਈ। ਉਸਨੇ ਸੁਸਮਾਚਾਰ ਦੱਸਿਆ। ਉਸਨੇ ਸੁਸਮਾਚਾਰ ਦਾ ਪ੍ਰਚਾਰ ਕਰਨ ਲਈ ਦੁਨੀਆ ਦੀ ਕਿਸੇ ਵੀ ਚੀਜ਼ ਨੂੰ ਇਸਤੇਮਾਲ ਕਰ ਸਕਦਾ ਸੀ। ਉਸਨੇ ਨਿਕੋਦਿਮਸ ਨੂੰ ਨਵੇਂ ਸਿਰੋਂ ਜਨਮ ਲੈਣ ਬਾਰੇ ਦੱਸਿਆ। ਉਸਨੇ ਉਸ ਨੂੰ ਇਸ ਚਰਚਾ ਵਿੱਚ ਸ਼ਾਮਲ ਕੀਤਾ ਅਤੇ ਹੁਣ ਉਹ ਖੂਹ ਉੱਤੇ ਬੈਠਾ ਹੈ ਅਤੇ ਖੂਹ ਨੂੰ ਇਸਤੇਮਾਲ ਕਰਨ ਦਾ ਫੈਸਲਾ ਕਰਦਾ ਹੈ। ਅਤੇ ਉਹ ਇਸ ਔਰਤ ਨੂੰ ਕਹਿੰਦਾ ਹੈ, ਜੇ ਤੂੰ ਜਾਣਦੀ ਹੁੰਦੀ ਕਿ ਤੂੰ ਜਿਸ ਨਾਲ ਗੱਲ ਕਰ ਰਹੀ ਹੈ ਉਹ ਕੌਣ ਹੈ, ਤਾਂ ਮੈਂ ਤੈਨੂੰ ਉਹ ਜਲ ਦਿੰਦਾ ਜੋ ਇੰਨਾ ਵਧੀਆ ਹੁੰਦਾ ਕਿ ਤੈਨੂੰ ਫਿਰ ਇੱਥੇ ਆ ਕੇ ਪਾਣੀ ਭਰਨ ਦੀ ਲੋੜ ਨਾ ਹੁੰਦੀ। ਹੁਣ ਤੁਸੀਂ ਜਾਣਦੇ ਹੋ
ਕਿ ਉਸਨੇ ਇਹ ਕਹਿ ਕੇ ਇਸ ਔਰਤ ਦੇ ਧਿਆਨ ਨੂੰ ਖਿੱਚ ਲਿਆ। ਹਰ ਦਿਨ ਉਹ ਖੂਹ ਵਿੱਚੋਂ ਪਾਣੀ ਲੈਣ ਜਾਂਦੀ ਹੁੰਦੀ ਸੀ। ਅਤੇ ਕੀ ਤੁਸੀਂ ਜਾਣਦੇ ਹੋ ਕਿ ਉਹ ਦੁਪਹਿਰ ਨੂੰ ਕਿਉਂ ਆਈ ਸੀ? ਕਿਉਂਕਿ ਉਹ ਇਸ ਕਿਸਮ ਦੀ ਔਰਤ ਨਹੀਂ ਸੀ ਕਿ ਉਹ ਦੂਜੀਆਂ ਔਰਤਾਂ ਨਾਲ ਆ ਸਕਦੀ, ਜਿਹੜੀਆਂ ਸੂਰਜ ਡੁੱਬਣ ਤੋਂ ਬਾਅਦ ਸ਼ਾਮ ਨੂੰ ਆਉਂਦੀਆਂ ਸਨ, ਜਦੋਂ ਠੰਡਾ ਹੁੰਦਾ ਸੀ। ਸਮਾਜ ਵਿੱਚ ਉਸ ਦੀ ਕੋਈ ਇੱਜ਼ਤ ਨਹੀਂ ਸੀ, ਇਸ ਲਈ ਉਸ ਨੂੰ ਇਕੱਲੀ ਆਉਣਾ ਪੈਂਦਾ ਸੀ। ਤਿੱਖੜ ਦੁਪਹਿਰ, ਜਦੋਂ ਹੋਰ ਕੋਈ ਨਹੀਂ ਆਉਂਦਾ ਸੀ ਅਤੇ ਉਹ ਖੂਹ ਤੇ ਆਉਂਦੀ ਆਪਣੀ ਬਾਕੀ ਦੀ ਜ਼ਿੰਦਗੀ ਤੇ ਨਜ਼ਰ ਮਾਰਦੀ, ਅਤੇ ਇੱਥੇ ਇੱਕ ਬੰਦਾ ਹੈ ਜੋ ਉਸ ਨੂੰ ਕਹਿ ਰਿਹਾ ਹੈ ਉਹ ਉਸ ਲਈ ਕੁਝ ਅਜਿਹਾ ਕਰ ਸਕਦਾ ਕਿ ਉਸ ਨੂੰ ਫਿਰ ਪਾਣੀ ਭਰਨ ਲਈ ਇੱਥੇ ਨਹੀਂ ਆਉਣਾ ਪਵੇਗਾ, ਅਤੇ ਉਹ ਇਹ ਗੱਲ ਸਰੀਰਕ ਪੱਖੋਂ ਸੋਚ ਰਹੀ ਹੈ, ਜਦ ਕਿ ਯਿਸੂ ਉਸ ਨਾਲ ਆਤਮਿਕ ਤੌਰ ਤੇ ਗੱਲ ਕਰ ਰਿਹਾ ਹੈ। ਮੈਂ ਇਸ ਔਰਤ ਦੇ ਚਿਹਰੇ ਤੇ ਹੈਰਾਨਗੀ ਨੂੰ ਵੇਖ ਸਕਦਾ ਹਾਂ, ਜਿਹੜੀ ਹਰ ਰੋਜ਼ ਖੂਹ ਤੇ ਪਾਣੀ ਭਰਨ ਲਈ ਆਉਂਦੀ ਸੀ ਅਤੇ ਆਪਣੇ ਟੱਬਰ ਅਤੇ ਆਪਣੇ ਪਸ਼ੂਆਂ ਲਈ ਪਾਣੀ ਭਰਦੀ ਸੀ। ਅਤੇ ਇੱਥੇ ਇੱਕ ਬੰਦਾ ਹੈ ਜੋ ਉਸ ਜਲ ਦੀ ਗੱਲ ਕਰ ਰਿਹਾ ਹੈ, ਜਿਸ ਨੂੰ ਉਹ ਜੇ ਇੱਕ ਵਾਰ ਲੈ ਲਵੇਗੀ ਤਾਂ ਉਸ ਨੂੰ ਫਿਰ ਖੂਹ ਵਿੱਚੋਂ ਪਾਣੀ ਕੱਢਣ ਦੀ ਲੋੜ ਨਹੀਂ ਪਵੇਗੀ। ਉਹ ਜਾਣਨਾ ਚਾਹੁੰਦੀ ਹੈ ਇਹ ਕਿਵੇਂ ਹੋ ਸਕਦਾ ਹੈ। ਬੇਸ਼ੱਕ ਇਸ ਔਰਤ ਨੇ ਵੀ ਉਹੀ ਗਲਤੀ ਕੀਤੀ ਜੋ ਨਿਕੋਦਿਮਸ ਨੇ ਕੀਤੀ ਸੀ। ਉਸਨੇ ਯਿਸੂ ਸਰੀਰਕ ਪੱਧਰ ਤੇ ਸੁਣਿਆ ਅਤੇ ਉਸਨੇ ਯਿਸੂ ਨੂੰ ਆਤਮਿਕ ਪੱਧਰ ਤੋਂ ਨਹੀਂ ਸੁਣਿਆ। ਪਰ ਯਿਸੂ ਇਸ ਨਾਲ ਠੀਕ ਹੈ, ਕਿਉਂਕਿ ਉਸਨੇ ਉਸ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਤੁਸੀਂ ਇਹ ਗੱਲ ਜਾਣਦੇ ਹੋ ਹੈ ਕਿ ਨਹੀਂ? ਯਿਸੂ ਨੇ ਉਸ ਨੂੰ ਪਾ ਲਿਆ ਹੈ। ਉਹ ਯਿਸੂ ਵੱਲ ਖਿੱਚੀ ਗਈ। ਉਹ ਯਿਸੂ ਦੀਆਂ ਹਥੇਲੀਆਂ ਵਿੱਚ ਹੈ ਅਤੇ ਉਹ ਇੱਕ ਗੱਲ ਨਹੀਂ ਜਾਣਦੀ ਹੈ, ਪਰ ਯਿਸੂ ਨੇ ਉਸ ਨੂੰ ਪਾ ਲਿਆ ਹੈ, ਕਿਉਂਕਿ ਉਸ ਨੇ ਉਸ ਦੀ ਉਤਸੁਕਤਾ ਨੂੰ ਜਗਾ ਦਿੱਤਾ ਹੈ ਅਤੇ ਉਹ ਜਵਾਬ ਜਾਣਨਾ ਚਾਹੁੰਦੀ ਹੈ। ਜਦੋਂ ਯਿਸੂ ਨੇ ਇਸ ਸਾਮਰੀ ਔਰਤ ਨੂੰ ਦੱਸਿਆ ਕਿ ਉਹ ਉਸ ਨੂੰ ਅਜਿਹਾ ਜਲ ਦੇਣਾ ਚਾਹੁੰਦਾ ਹੈ ਜਿਸ ਨਾਲ ਉਹ ਫਿਰ ਕਦੀ ਧਿਆਈ ਨਾ ਹੋਵੇਗੀ ਅਤੇ ਉਸ ਨੂੰ ਇਸ ਖੂਹ ਤੇ ਫਿਰ ਕਦੀ ਨਹੀਂ ਆਉਣਾ ਪਵੇਗਾ, ਪਰ ਆਪਣੇ ਮਨ ਵਿੱਚ ਉਹ ਇਹ ਸ਼ਬਦ ਸੁਣਦੀ ਰਹੀ। ਭਾਗ ਈੜੀ, ਉਹ ਸਾਡੀ ਇਮਾਨਦਾਰੀ ਤੇ ਜ਼ੋਰ ਦਿੰਦਾ ਹੈ। ਯਿਸੂ ਸਾਡੀ ਮਨੁੱਖਤਾਈ ਨਾਲ ਇਕਸਾਰ ਹੁੰਦਾ ਹੈ ਅਤੇ ਉਹ ਸਾਡੀ ਉਤਸੁਕਤਾ ਨੂੰ ਸੱਦਾ ਦਿੰਦਾ ਹੈ, ਪਰ ਮੈਂ ਚਾਹੁੰਦਾ ਹਾਂ ਤੁਸੀਂ ਤੀਜੀ ਗੱਲ ਤੇ ਗੌਰ ਕਰੋ ਕਿ ਉਹ ਸਾਡੀ ਇਮਾਨਦਾਰੀ ਤੇ ਜ਼ੋਰ ਦਿੰਦਾ ਹੈ। ਇਹ ਛੋਟੇ ਜਿਹੇ ਪੈਰੇ ਵਿੱਚ ਬਹੁਤ ਹੀ ਦਿਲਚਸਪ ਅਤੇ ਭਰਮ ਪੈਦਾ ਕਰਨ ਵਾਲੇ ਸ਼ਬਦ ਹਨ ਅਤੇ ਤੁਸੀਂ ਕੁਝ ਹੀ ਪਲਾਂ ਵਿੱਚ ਵੇਖੋਗੇ ਇੱਥੇ ਇੱਕ ਛੋਟੀ ਜਿਹੀ ਅਦਭੁਤ ਗੱਲ ਹੈ ਅਤੇ ਮੈਂ ਨਹੀਂ ਚਾਹੁੰਦਾ ਕਿ ਤੁਸੀਂ ਇਸ ਨੂੰ ਭੁੱਲ ਜਾਓ। ਐਤ 15 ਕਹਿੰਦੀ ਹੈ, ਤੀਵੀਂ ਨੇ ਉਸ ਨੂੰ ਆਖਿਆ, ਮਹਾਰਾਜ, ਇਹ ਜਲ ਮੈਨੂੰ ਦਿਓ ਜੋ ਮੈਂ ਧਿਆਈ ਨਾ ਹੋਵਾਂ, ਨਾ ਇੱਥੇ ਤਾਈਂ ਭਰਨ ਨੂੰ ਆਇਆ ਕਰਾਂ। ਯਿਸੂ ਨੇ ਉਹਨੂੰ ਆਖਿਆ, ਜਾ ਆਪਣੇ ਪਤੀ ਨੂੰ ਇੱਥੇ ਸੱਦ ਲਿਆ। ਤੀਵੀਂ ਨੇ ਉੱਤਰ ਦਿੱਤਾ, ਮੇਰਾ ਪਤੀ ਹੈ ਹੀ ਨਹੀਂ। ਯਿਸੂ ਨੇ ਉਹਨੂੰ ਆਖਿਆ, ਤੈਂ ਠੀਕ ਆਖਿਆ ਹੈ ਜੋ ਮੇਰਾ ਪਤੀ ਹੈ ਨਹੀਂ, ਕਿਉਂਕਿ ਤੂੰ 5 ਪਤੀ ਕਰ ਚੁੱਕੀ ਅਤੇ ਜਿਹੜਾ ਹੁਣ ਤੇਰੇ ਕੋਲ ਹੈ ਸੋ ਤੇਰਾ ਪਤੀ ਨਹੀਂ ਹੈ। ਇਸ ਤੂੰ ਸੱਚ ਆਖਿਆ ਹੈ। ਤੀਵੀਂ ਨੇ ਉਸ ਨੂੰ ਕਿਹਾ, ਪ੍ਰਭੂ ਜੀ, ਮੈਨੂੰ ਸੂਝਦਾ ਹੈ ਜੋ ਤੁਸੀਂ ਨਬੀ ਹੋ। ਤੈਨੂੰ ਇਹ ਵਿਚਾਰ ਕਿੱਥੋਂ ਆਇਆ ਕਿ ਤੁਸੀਂ ਇਸ ਔਰਤ ਦੀ ਹੈਰਾਨਗੀ ਦੀ ਕਲਪਨਾ ਕਰ ਸਕਦੇ ਹੋ? ਉਸਨੇ ਇਸ ਬੰਦੇ ਨੂੰ ਪਹਿਲਾਂ ਕਦੀ ਨਹੀਂ ਵੇਖਿਆ ਸੀ। ਉਹ ਜਾਣਦੀ ਹੈ ਕਿ ਉਹ ਸਾਮਰੀਆ ਦਾ ਨਹੀਂ ਹੈ, ਕਿਉਂਕਿ ਉਹ ਖਾਨਦਾਨੀ ਯਹੂਦੀ ਹੈ ਅਤੇ ਇੱਥੇ ਉਸ ਨੂੰ ਪਹਿਲੀ ਵਾਰ ਮਿਲ ਰਹੀ ਹੈ ਅਤੇ ਯਿਸੂ ਉਸ ਨੂੰ ਉਸ ਦੀ ਜ਼ਿੰਦਗੀ ਬਾਰੇ ਸਭ ਕੁਝ ਦੱਸਦਾ ਹੈ। ਇਸ ਹਫ਼ਤੇ ਮੈਂ ਸੋਚ ਰਿਹਾ ਸੀ, ਜੋ ਮੇਰੇ ਕੋਲ ਇਹੋ ਜਿਹੀ ਸ਼ਕਤੀ ਹੁੰਦੀ ਤਾਂ ਮੈਂ ਵੀ ਇੱਕ ਵਧੀਆ ਗਵਾਹ ਹੋਣਾ ਸੀ। ਜੇ ਮੈਂ ਕਿਸੇ ਦੇ ਘਰ ਜਾਂਦਾ ਅਤੇ ਉਹਨਾਂ ਨੂੰ ਉਹਨਾਂ ਦੀ ਪਿਛਲੀ ਸਾਰੀ ਜ਼ਿੰਦਗੀ ਬਾਰੇ ਦੱਸ ਦਿੰਦਾ, ਸਭ ਕੁਝ ਚੰਗਾ ਅਤੇ ਬੁਰਾ, ਅਤੇ ਫਿਰ ਉਹਨਾਂ ਨੂੰ ਕਹਿੰਦਾ ਕਿ ਤੁਹਾਨੂੰ ਯਿਸੂ ਦੀ ਲੋੜ ਹੈ, ਤਾਂ ਮੈਂ ਸੋਚਦਾ ਹਾਂ ਕਿ ਬਹੁਤ ਸਾਰੇ ਲੋਕ ਬਚਾਏ ਜਾਂਦੇ। ਜਿਉਂ ਹੀ ਯਿਸੂ ਨੇ ਇਸ ਔਰਤ ਨਾਲ ਗੱਲ ਕੀਤੀ, ਉਸਨੇ ਉਸ ਦੀ ਜ਼ਿੰਦਗੀ ਤੇ ਧਿਆਨ ਮਾਰਨਾ ਸ਼ੁਰੂ ਕੀਤਾ। ਉਹਨੇ ਉਸ ਔਰਤ ਨੂੰ ਸਵਾਲ ਪੁੱਛਿਆ ਅਤੇ ਉਸ ਔਰਤ ਨੇ ਇਹੋ ਜਿਹੇ ਤਰੀਕੇ ਨਾਲ ਜਵਾਬ ਦਿੱਤਾ ਕਿ ਯਿਸੂ ਨੂੰ ਹੋਰ ਕੁਝ ਨਹੀਂ ਕਰਨਾ ਪਿਆ। ਉਸਨੇ ਉਹਦਾ ਉਸ ਪਾਪ ਨਾਲ ਮੁਕਾਬਲਾ ਕੀਤਾ ਜੋ ਉਸ ਦੀ ਜ਼ਿੰਦਗੀ ਵਿੱਚ ਸੀ। ਜਦੋਂ ਉਸ ਔਰਤ ਨੇ ਯਿਸੂ ਨੂੰ ਉਹ ਅੰਮ੍ਰਿਤ ਜਲ ਦੇਣ ਲਈ ਕਿਹਾ ਜਿਸ ਬਾਰੇ ਉਹ ਗੱਲ ਕਰ ਰਹੀ ਸੀ, ਯਿਸੂ ਨੇ ਕਿਹਾ, ਠੀਕ ਹੈ, ਇਹ ਤੇਰੇ ਲਈ ਇੱਕ ਬਹੁਤ ਵੱਡਾ ਪਲ ਹੈ। ਜਾ ਅਤੇ ਆਪਣੇ ਪਤੀ ਨੂੰ ਵੀ ਲੈ ਕੇ ਆ, ਤਾਂ ਜੋ ਉਹ ਇਸ ਪਲ ਤੋਂ ਵਾਂਝਾ ਨਾ ਰਹੇ। ਉਸਨੇ ਯਿਸੂ ਨੂੰ ਜਾਣ ਬੁੱਝ ਕੇ ਅਸਪਸ਼ਟ ਸ਼ਬਦ ਦਿੱਤਾ, ਜਿਸ ਦੇ ਅਸੀਂ ਅੱਜ ਦੇ ਸਮੇਂ ਅਤੇ ਵਾਤਾਵਰਣ ਵਿੱਚ ਆਦੀ ਹਾਂ। ਉਸਨੇ ਕਿਹਾ, ਖੈਰ, ਮੇਰਾ ਕੋਈ ਪਤੀ ਨਹੀਂ ਹੈ, ਜੋ ਕਿ ਸੱਚ ਹੈ, ਪਰ ਇਹ ਓਨਾ ਝੂਠ ਵੀ ਹੋ ਸਕਦਾ ਹੈ ਅਤੇ ਯਿਸੂ ਜਾਣਦਾ ਸੀ। ਉਸਨੇ ਧਿਆਨ ਮਾਰਿਆ। ਉਸਨੇ ਕਿਹਾ, ਤੂੰ ਸਹੀ ਹੈ, ਤੇਰਾ ਕੋਈ ਪਤੀ ਨਹੀਂ ਹੈ। ਤੂੰ 5 ਪਤੀ ਕਰ ਚੁੱਕੀ ਅਤੇ ਜਿਹੜਾ ਹੁਣ ਤੇਰੇ ਕੋਲ ਹੈ
ਸੋ ਤੇਰਾ ਪਤੀ ਨਹੀਂ ਹੈ। ਕਿਰਪਾ ਕਰਕੇ ਮੈਨੂੰ ਸੁਣੋ, ਯਿਸੂ ਇਸ ਔਰਤ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਸੀ, ਕਿਉਂਕਿ ਇਸ ਤੋਂ ਪਹਿਲਾਂ ਕਿ ਕੋਈ ਬੰਦਾ ਅੰਮ੍ਰਿਤ ਜਲ ਦੇ ਖੂਹ ਉੱਤੇ ਆਵੇ, ਉਸ ਨੂੰ ਉਸ ਗੰਦੇ ਜਲ ਤੋਂ ਜੋ ਉਸ ਕੋਲ ਪਹਿਲਾਂ ਤੋਂ ਹੈ ਛੁਟਕਾਰਾ ਪਾਉਣਾ ਪਵੇਗਾ। ਉਸ ਨੂੰ ਉਹਨਾਂ ਹੱਥਾਂ ਨਾਲ ਆਉਣਾ ਪਵੇਗਾ ਜੋ ਪਰਮੇਸ਼ਰ ਦੀ ਮਾਫੀ ਨੂੰ ਸਵੀਕਾਰ ਕਰਨ ਲਈ ਅੱਗੇ ਵਧਦੇ ਹਨ। ਤੁਸੀਂ ਤਦ ਤੱਕ ਮਸੀਹੀ ਨਹੀਂ ਬਣ ਸਕਦੇ ਜਦੋਂ ਤੱਕ ਤੁਸੀਂ ਆਪਣੇ ਪਾਪ ਦਾ ਇਕਰਾਰ ਨਹੀਂ ਕਰਦੇ। ਤੁਸੀਂ ਕਹੋਗੇ, ਖੈਰ ਇਹ ਕਿਉਂ ਜ਼ਰੂਰੀ ਹੈ? ਕਿਉਂਕਿ ਜਦੋਂ ਤੱਕ ਤੁਸੀਂ ਆਪਣੇ ਪਾਪ ਦਾ ਇਕਰਾਰ ਨਹੀਂ ਕਰਦੇ, ਤਦ ਤੱਕ ਤੁਹਾਨੂੰ ਸੱਚਮੁੱਚ ਪਰਮੇਸ਼ਰ ਦੀ ਲੋੜ ਨਹੀਂ ਹੁੰਦੀ। ਤੁਸੀਂ ਪਰਮੇਸ਼ਰ ਲਈ ਆਪਣੀ ਲੋੜ ਨੂੰ ਨਹੀਂ ਸਮਝਦੇ। ਬਾਈਬਲ ਸਾਨੂੰ ਦੱਸਦੀ ਹੈ ਕਿ ਜੇ ਅਸੀਂ ਆਪਣੇ ਪਾਪ ਦਾ ਇਕਰਾਰ ਕਰਦੇ ਹਾਂ ਤਾਂ ਉਹ ਵਫਾਦਾਰ ਅਤੇ ਧਰਮੀ ਹੈ ਅਤੇ ਸਾਡੇ ਪਾਪ ਮਾਫ ਕਰਦਾ ਹੈ। ਯਿਸੂ ਇਸ ਔਰਤ ਨੂੰ ਤਦ ਤੱਕ ਅੰਮ੍ਰਿਤ ਦਾ ਜਲ ਨਹੀਂ ਸੀ ਦੇ ਸਕਦਾ ਜਦੋਂ ਤੱਕ ਉਹ ਇਹ ਨਹੀਂ ਸੀ ਪਹਿਚਾਨਦੀ ਕਿ ਉਹ ਕੌਣ ਸੀ ਅਤੇ ਉਹ ਕਿਸ ਤਰ੍ਹਾਂ ਦਾ ਪਾਪਮਈ ਜੀਵਨ ਬਤੀਤ ਕਰ ਰਹੀ ਸੀ, ਅਤੇ ਉਸ ਨੂੰ ਉਹਦੀ ਲੋੜ ਸੀ ਜੋ ਯਿਸੂ ਉਸ ਨੂੰ ਦੇ ਰਿਹਾ ਸੀ। ਉਹ ਉਸ ਖੂਹ ਦੇ ਪੁਰਾਣੇ ਜਲ ਨੂੰ ਅਜਮਾ ਚੁੱਕੀ ਸੀ ਜੋ ਪਾਪ ਭਰੇ ਜੀਵਨ ਤੇ ਜ਼ੋਰ ਦਿੰਦਾ ਹੈ। ਉਸ ਨੂੰ ਅੰਮ੍ਰਿਤ ਜਲ ਦੀ ਲੋੜ ਸੀ, ਸੋ ਸਿਰਫ ਪਰਮੇਸ਼ਰ ਹੀ ਉਸ ਨੂੰ ਦੇ ਸਕਦਾ ਸੀ। ਮੈਂ ਇੱਥੇ ਇੱਕ ਪਲ ਲਈ ਰੁਕ ਕੇ ਤੁਹਾਨੂੰ ਕੁਝ ਉਹ ਕਾਰਨ ਦੱਸਣਾ ਚਾਹਾਂਗਾ ਜਿਨ੍ਹਾਂ ਕਰਕੇ ਲੋਕ ਮਸੀਹੀ ਨਹੀਂ ਬਣਦੇ, ਕਿਉਂਕਿ ਉਹ ਆਪਣੀ ਜ਼ਿੰਦਗੀ ਵਿੱਚ ਪਾਪ ਦਾ ਸਾਹਮਣਾ ਨਹੀਂ ਕਰਨਾ ਚਾਹੁੰਦੇ। ਇੱਕ ਪਾਸਟਰ ਲਈ ਮੰਚ ਤੇ ਪਾਪ ਦਾ ਜ਼ਿਕਰ ਕਰਨਾ ਅਣਹੋਣੀ ਚੀਜ਼ ਬਣ ਚੁੱਕਾ ਹੈ। ਅਸੀਂ ਇਹ ਲੋਕਾਂ ਨੂੰ ਠੇਸ ਪਹੁੰਚਾਉਣ ਲਈ ਨਹੀਂ ਕਰਦੇ ਹਾਂ, ਅਸੀਂ ਇਹ ਲੋਕਾਂ ਦੀ ਮਦਦ ਕਰਨ ਲਈ ਕਰਦੇ ਹਾਂ, ਕਿਉਂਕਿ ਅਸੀਂ ਜਾਣਦੇ ਹਾਂ ਕਿ ਬਾਈਬਲ ਕਹਿੰਦੀ ਹੈ ਜਦੋਂ ਤੱਕ ਅਸੀਂ ਉਸ ਥਾਂ ਤੇ ਨਹੀਂ ਆਉਂਦੇ ਜਿੱਥੇ ਅਸੀਂ ਇਹ ਇਕਰਾਰ ਕਰਨ ਦੇ ਚਾਹਵੰਦ ਹੋਈਏ ਕਿ ਅਸੀਂ ਪਾਪੀ ਹਾਂ, ਅਸੀਂ ਉਸ ਮੁਕਤੀ ਨੂੰ ਕਦੀ ਪ੍ਰਾਪਤ ਨਹੀਂ ਕਰਾਂਗੇ ਜੋ ਪਰਮੇਸ਼ਰ ਕੋਲ ਹੈ। ਅਸੀਂ ਸਾਰੇ ਪਾਪੀ ਹਾਂ ਅਤੇ ਜੇ ਅਸੀਂ ਅੱਜ ਮਸੀਹੀ ਹਾਂ, ਅਸੀਂ ਇਸ ਲਈ ਮਸੀਹੀ ਹਾਂ ਕਿਉਂਕਿ ਸਾਡੀ ਜ਼ਿੰਦਗੀ ਵਿੱਚ ਇੱਕ ਦਿਨ ਸੀ ਜਦੋਂ ਅਸੀਂ ਪਾਪ ਦਾ ਸਾਹਮਣਾ ਕੀਤਾ ਅਤੇ ਸਮਝ ਗਏ ਕਿ ਕੁਝ ਵੀ ਨਹੀਂ ਸੀ ਜਿਸ ਨਾਲ ਅਸੀਂ ਆਪਣੇ ਆਪ ਦੀ ਮਦਦ ਕਰ ਸਕਦੇ। ਸਾਡਾ ਹੱਲ ਸਿਰਫ ਪਰਮੇਸ਼ਰ ਹੀ ਸੀ ਅਤੇ ਉਹ ਸਾਡਾ ਮੁਕਤੀਦਾਤਾ ਬਣਿਆ। ਆਮੀਨ। ਕੀ ਇਹ ਸੱਚ ਨਹੀਂ ਹੈ? ਇਸ ਲਈ ਜੇ ਤੁਸੀਂ ਅੱਜ ਇੱਥੇ ਹੋ ਅਤੇ ਕਹਿੰਦੇ ਹੋ, ਖੈਰ ਮੈਨੂੰ ਇਹ ਪਸੰਦ ਨਹੀਂ ਹੈ, ਉਹ ਮੇਰੀ ਆਲੋਚਨਾ ਕਰ ਰਿਹਾ ਹੈ। ਨਹੀਂ, ਮੈਂ ਕਿਸੇ ਦੀ ਆਲੋਚਨਾ ਨਹੀਂ ਕਰ ਰਿਹਾ, ਮੈਂ ਤੁਹਾਨੂੰ ਸੱਚਾਈ ਦੱਸ ਰਿਹਾ ਹਾਂ। ਹਰ ਕੋਈ ਜੋ ਸਵਰਗ ਵਿੱਚ ਜਾਂਦਾ ਹੈ, ਇੱਕੋ ਹੀ ਤਰੀਕੇ ਨਾਲ ਸਵਰਗ ਵਿੱਚ ਜਾਂਦਾ ਹੈ, ਆਪਣੇ ਪਾਪ ਦਾ ਇਕਰਾਰ ਕਰਕੇ ਅਤੇ ਯਿਸੂ ਨੂੰ ਆਪਣਾ ਨਿੱਜੀ ਮੁਕਤੀਦਾਤਾ ਕਬੂਲ ਕਰਕੇ। ਇਸ ਤੋਂ ਪਹਿਲਾਂ ਕਿ ਪਰਮੇਸ਼ਰ ਸਾਨੂੰ ਆ ਕੇ ਬਚਾਵੇ, ਸਾਨੂੰ ਆਪਣੇ ਪਾਪਾਂ ਦਾ ਇਕਰਾਰ ਕਰਨਾ ਚਾਹੀਦਾ ਹੈ ਅਤੇ ਇਹ ਸਵੀਕਾਰ ਕਰਨਾ ਚਾਹੀਦਾ ਕਿ ਸਾਨੂੰ ਪਰਮੇਸ਼ਰ ਦੀ ਮਦਦ ਦੀ ਲੋੜ ਹੈ। ਭਾਗ ਸੱਸਾ, ਉਹ ਸਾਡੀ ਧਾਰਮਿਕਤਾ ਨੂੰ ਅਯੋਗ ਠਹਿਰਾਉਂਦਾ ਹੈ। ਅਤੇ ਫਿਰ ਚੌਥੀ ਗੱਲ, ਉਹ ਸਾਡੀ ਧਾਰਮਿਕਤਾ ਨੂੰ ਅਯੋਗ ਠਹਿਰਾਉਂਦਾ ਹੈ। ਹੁਣ ਗੌਰ ਕਰੋ, ਅਗਲੀ ਐਤ ਵਿੱਚ ਕੀ ਹੁੰਦਾ ਹੈ ਜਦੋਂ ਯਿਸੂ ਨੇ ਉਸ ਔਰਤ ਨੂੰ ਉਸਦੇ ਪਾਪ ਦੇ ਰੂਬਰੂ ਕਰਵਾਇਆ, ਤਾਂ ਤੁਸੀਂ ਕੀ ਸੋਚਦੇ ਹੋ ਕਿ ਉਹ ਕੀ ਕਹੇਗੀ? ਮੈਂ ਸੋਚਿਆ ਉਹ ਕਹੇਗੀ, ਠੀਕ ਹੈ ਪ੍ਰਭੂ, ਆ ਇਸ ਬਾਰੇ ਗੱਲ ਕਰੀਏ। ਮੈਂ ਸੋਚਦੀ ਹਾਂ ਮੈਂ ਪਾਪ ਵਿੱਚ ਜੀ ਰਹੀ ਹਾਂ। ਸ਼ਾਇਦ ਉਸਨੇ ਯਿਸੂ ਨਾਲ ਉਸੇ ਤਰ੍ਹਾਂ ਚਰਚਾ ਕੀਤੀ ਹੋਵੇਗੀ ਜਿਵੇਂ ਅੱਜ ਅਸੀਂ ਆਪਣੇ ਸੱਭਿਆਚਾਰ ਵਿੱਚ ਕਰਦੇ ਹਾਂ, ਜਦੋਂ ਲੋਕ ਕਹਿੰਦੇ ਹਨ, ਠੀਕ ਹੈ, ਹਾਂ ਮੈਂ ਕਿਸੇ ਨਾਲ ਰਹਿ ਰਿਹਾ ਹਾਂ, ਪਰ ਮੈਂ ਨਹੀਂ ਸੋਚਦਾ ਕਿ ਇਸ ਵਿੱਚ ਕੁਝ ਗਲਤ ਹੈ। ਮੇਰਾ ਮਤਲਬ ਹੈ, ਮੈਂ ਵਿਆਹ ਵਿੱਚ ਵਿਸ਼ਵਾਸ ਨਹੀਂ ਕਰਦਾ। ਠੀਕ ਹੈ, ਬਿਹਤਰ ਹੈ ਕਿ ਤੁਸੀਂ ਵਿਆਹ ਵਿੱਚ ਵਿਸ਼ਵਾਸ ਕਰਨਾ ਸ਼ੁਰੂ ਕਰ ਦਿਓ, ਕਿਉਂਕਿ ਪਰਮੇਸ਼ਰ ਵਿਆਹ ਵਿੱਚ ਵਿਸ਼ਵਾਸ ਕਰਦਾ ਹੈ। ਅਤੇ ਜੇ ਤੁਸੀਂ ਕਿਸੇ ਅਜਿਹੇ ਸ਼ਖਸ ਨਾਲ ਰਹਿ ਰਹੇ ਹੋ ਜਿਸ ਨਾਲ ਤੁਹਾਡਾ ਵਿਆਹ ਨਹੀਂ ਹੋਇਆ ਅਤੇ ਤੁਸੀਂ ਉਸ ਦਾ ਹਿੱਸਾ ਬਣਨਾ ਚਾਹੁੰਦੇ ਹੋ ਜੋ ਪਰਮੇਸ਼ਰ ਇਸ ਸੰਸਾਰ ਵਿੱਚ ਕਰ ਰਿਹਾ ਹੈ, ਤੇ ਮੈਂ ਤੁਹਾਨੂੰ ਦੱਸਾਂਗਾ ਕਿ ਸੱਚਾਈ ਕੀ ਹੈ। ਤੁਸੀਂ ਉਸ ਨਾਲ ਨਜਿੱਠਣਾ ਹੈ। ਤੁਸੀਂ ਇਸ ਤਰ੍ਹਾਂ ਪੇਸ਼ ਨਹੀਂ ਆ ਸਕਦੇ ਜਿਵੇਂ ਕਿ ਇਹ ਨਹੀਂ ਹੋ ਰਿਹਾ ਹੈ। ਪਰਮੇਸ਼ਰ ਇਸ ਦਾ ਆਦਰ ਨਹੀਂ ਕਰਦਾ। ਅਸੀਂ ਇਹੋ ਜਿਹੇ ਸਮੇਂ ਵਿੱਚ ਰਹਿ ਰਹੇ ਹਾਂ ਜਿੱਥੇ ਮੈਂ ਸਾਰੇ ਅੰਕੜੇ ਪੜ੍ਹੇ ਹਨ ਅਤੇ ਹਰ ਕੋਈ ਕਹਿੰਦਾ ਹੈ, ਹਾਂ, ਹਰ ਕੋਈ ਇਹ ਕਹਿ ਰਿਹਾ ਹੈ। ਪਰਮੇਸ਼ਰ ਇਹ ਨਹੀਂ ਕਰ ਰਿਹਾ ਹੈ। ਪਰਮੇਸ਼ਰ ਇਸ ਦੀ ਇਜਾਜ਼ਤ ਨਹੀਂ ਦਿੰਦਾ। ਆਪਣੇ ਵਚਨ ਵਿੱਚ ਉਹ ਇਸ ਦੇ ਖਿਲਾਫ ਬੋਲਦਾ ਹੈ। ਪਰਮੇਸ਼ਰ ਇੱਕ ਮਰਦ ਅਤੇ ਇੱਕ ਔਰਤ ਦਰਮਿਆਨ ਵਿਆਹ ਦਾ ਆਦਰ ਕਰਦਾ ਹੈ। ਹੁਣ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਤੁਹਾਨੂੰ ਪਿਆਰ ਨਹੀਂ ਕਰਦਾ। ਇਸ ਦਾ ਮਤਲਬ ਹੈ, ਜੇ ਤੁਸੀਂ ਇਸ ਤਰ੍ਹਾਂ ਦੀ ਜ਼ਿੰਦਗੀ ਗੁਜ਼ਾਰ ਰਹੇ ਹੋ ਅਤੇ ਤੁਸੀਂ ਪਰਮੇਸ਼ਰ ਦੀ ਸੰਤਾਨ ਬਣਨਾ ਚਾਹੁੰਦੇ ਹੋ ਅਤੇ ਉਸ ਦੇ ਨਾਲ ਚੱਲਣਾ ਚਾਹੁੰਦੇ ਹੋ, ਇਸ ਨੂੰ ਰੋਕ ਦਿਓ।
ਇਸ ਵਿੱਚੋਂ ਬਾਹਰ ਨਿਕਲੋ। ਲੋਕ ਸਦਾ ਸਾਡੇ ਕੋਲ ਆਉਂਦੇ ਹਨ ਜਿਨ੍ਹਾਂ ਨੇ ਪ੍ਰਭੂ ਯਿਸੂ ਨੂੰ ਜਾਣ ਲਿਆ ਹੈ। ਉਹ ਇਸ ਤਰ੍ਹਾਂ ਦੇ ਸੰਬੰਧ ਵਿੱਚ ਹੁੰਦੇ ਹਨ, ਉਹ ਇੱਕ ਦੂਜੇ ਨਾਲ ਰਹਿ ਰਹੇ ਹੁੰਦੇ ਹਨ। ਤੁਸੀਂ ਜਾਣਦੇ ਹੋ ਉਹ ਕੀ ਕਰਦੇ ਹਨ। ਉਹ ਕੁਝ ਸਮੇਂ ਲਈ ਇਸ ਵਿੱਚੋਂ ਬਾਹਰ ਨਿਕਲ ਜਾਂਦੇ ਹਨ ਅਤੇ ਉਹ ਆਪਣੀ ਧਾਰਮਿਕਤਾ ਅਤੇ ਪਵਿੱਤਰਤਾ ਦਾ ਐਲਾਨ ਕਰਦੇ ਹਨ ਅਤੇ ਫਿਰ ਉਹ ਆਉਂਦੇ ਹਨ ਅਤੇ ਵਿਆਹ ਕਰ ਲੈਂਦੇ ਹਨ ਅਤੇ ਉਹਨਾਂ ਵਿੱਚ ਬਹੁਤ ਸਾਰੇ ਹੁਣ ਇਸ ਕਲੀਸਿਆ ਵਿੱਚ ਹਨ ਅਤੇ ਉਹ ਪ੍ਰਭੂ ਨਾਲ ਚੱਲ ਰਹੇ ਹਨ ਅਤੇ ਉਹ ਸ਼ੁਕਰਗੁਜ਼ਾਰ ਹਨ ਕਿ ਉਹਨਾਂ ਨੇ ਇਸ ਸਮੱਸਿਆ ਨਾਲ ਨਜਿੱਠ ਲਿਆ ਹੈ। ਇਹ ਔਰਤ ਇਸ ਸਮੱਸਿਆ ਨਾਲ ਨਹੀਂ ਨਜਿੱਠਣਾ ਚਾਹੁੰਦੀ। ਉਸਨੇ ਕਿਹਾ, ਪ੍ਰਭੂ ਆ ਧਾਰਮਿਕ ਗੱਲਾਂ ਤੇ ਵਿਚਾਰ ਵਟਾਂਦਰਾ ਕਰੀਏ। ਉਸਨੇ ਕਿਹਾ, ਸਾਡੇ ਪਿਓ ਦਾਦਿਆਂ ਨੇ ਇਸ ਪਰਬਤ ਉੱਤੇ ਭਗਤੀ ਕੀਤੀ ਅਤੇ ਤੁਸੀਂ ਲੋਕ ਆਖਦੇ ਹੋ ਜੋ ਅਸਥਾਨ ਯਰੂਸ਼ਲਮ ਵਿੱਚ ਹੈ ਜਿੱਥੇ ਭਗਤੀ ਕਰਨੀ ਚਾਹੀਦੀ ਹੈ। ਯਿਸੂ ਨੇ ਉਹਨੂੰ ਆਖਿਆ, ਹੇ ਬੀਬੀ, ਤੂੰ ਮੇਰੀ ਪ੍ਰਤੀਤ ਕਰ ਕਿ ਉਹ ਸਮਾਂ ਆਉਂਦਾ ਹੈ ਜਦ ਤੁਸੀਂ ਨਾ ਤਾਂ ਇਸ ਪਰਬਤ ਉੱਤੇ ਨਾ ਯਰੂਸ਼ਲਮ ਵਿੱਚ ਪਿਤਾ ਦੀ ਭਗਤੀ ਕਰੋਗੇ। ਤੁਸੀਂ ਜਿਹਨੂੰ ਨਹੀਂ ਜਾਣਦੇ ਉਹਦੀ ਭਗਤੀ ਕਰਦੇ ਹੋ। ਅਸੀਂ ਉਹਦੀ ਭਗਤੀ ਕਰਦੇ ਹਾਂ ਜਿਹਨੂੰ ਅਸੀਂ ਜਾਣਦੇ ਹਾਂ। ਇਸ ਲਈ ਜੋ ਮੁਕਤੀ ਯਹੂਦੀਆਂ ਤੋਂ ਹੈ, ਪਰ ਉਹ ਸਮਾਂ ਆਉਂਦਾ ਹੈ, ਸਗੋਂ ਹੁਣੇ ਹੈ, ਜੋ ਸੱਚੇ ਭਗਤ ਆਤਮਾ ਔਰ ਸਚਾਈ ਨਾਲ ਪਿਤਾ ਦੀ ਭਗਤੀ ਕਰਨਗੇ, ਕਿਉਂਕਿ ਪਿਤਾ ਇਹੋ ਜਿਹੇ ਭਗਤਾਂ ਨੂੰ ਚਾਹੁੰਦਾ ਹੈ। ਪਰਮੇਸ਼ਵਰ ਆਤਮਾ ਹੈ ਤੇ ਜੋ ਉਹਦੀ ਭਗਤੀ ਕਰਦੇ ਹਨ ਉਹਨਾਂ ਨੂੰ ਚਾਹੀਦਾ ਭਾਈ ਉਹ ਆਤਮਾ ਤੇ ਸਚਾਈ ਨਾਲ ਭਗਤੀ ਕਰਨ। ਇਹ ਔਰਤ ਕੀ ਕਰ ਰਹੀ ਸੀ? ਉਹਦਾ ਸਾਹਮਣਾ ਸਚਾਈ ਨਾਲ ਹੋਇਆ ਸੀ ਅਤੇ ਇਸ ਲਈ ਉਸਨੇ ਧਾਰਮਿਕ ਤੌਰ ਤੇ ਨਕਲ ਕਰਨੀ ਸ਼ੁਰੂ ਕਰ ਦਿੱਤੀ। ਉਹ ਭਗਤੀ ਬਾਰੇ ਵਿਚਾਰ ਵਟਾਂਦਰਾ ਕਰਨਾ ਚਾਹੁੰਦੀ ਸੀ। ਉਹ ਕਹਿੰਦੀ ਹੈ, ਪ੍ਰਭੂ ਆ ਭਗਤੀ ਬਾਰੇ ਗੱਲ ਕਰੀਏ। ਉਹ ਜੋ ਕਰ ਰਹੀ ਹੈ ਉਹ ਬਹਿਕਾਉਣਾ ਹੈ। ਇਹ ਬਹਿਕਾਉਣਾ ਹੈ। ਜਦ ਕਦੀ ਵੀ ਤੁਸੀਂ ਕਿਸੇ ਨਾਲ ਉਹਨਾਂ ਦੇ ਪਾਪ ਦੀ ਗੱਲ ਕਰਦੇ ਹੋ, ਉਹ ਹਮੇਸ਼ਾ ਉਸ ਬਾਰੇ ਗੱਲ ਕਰਨਾ ਚਾਹੁੰਦੇ ਹਨ ਜੋ ਤੁਹਾਡੀ ਕਲੀਸਿਆ ਵਿਸ਼ਵਾਸ ਕਰਦੀ ਹੈ, ਜਾਂ ਤੁਹਾਡਾ ਸਿੱਖਿਆ ਕੀ ਹੈ, ਜਾਂ ਤੁਹਾਡੀ ਪ੍ਰਸ਼ਨਵਾਲੀ ਕੀ ਹੈ, ਜਾਂ ਤੁਹਾਡਾ ਧਰਮ ਕੀ ਹੈ, ਕਿਉਂਕਿ ਤੁਹਾਡੇ ਪਾਪ ਬਾਰੇ ਗੱਲ ਕਰਨਾ ਬਹੁਤ ਹੀ ਅਣਸੁਖਾਵਾਂ ਹੁੰਦਾ ਹੈ। ਜਦੋਂ ਤੁਸੀਂ ਬਾਹਰੋਂ ਇਸ ਔਰਤ ਤੇ ਨਜ਼ਰ ਮਾਰਦੇ ਹੋ, ਤੁਸੀਂ ਕਲਪਨਾ ਕਰ ਸਕਦੇ ਹੋ ਕਿ ਉਸ ਦੇ ਦਿਮਾਗ ਵਿੱਚ ਇੱਕ ਵੀ ਆਤਮਿਕ ਵਿਚਾਰ ਨਹੀਂ ਸੀ। ਉਹ ਇਸ ਕਿਸਮ ਦੀ ਬੰਦੀ ਨਹੀਂ ਸੀ, ਪਰ ਉਹ ਇਸ ਸੱਚ ਦੀ ਉਦਾਹਰਨ ਹੈ ਕਿ ਉਹ ਸਾਡੇ ਸਭਨਾਂ ਦੇ ਦਿਮਾਗ ਵਿੱਚ ਆਤਮਿਕ ਵਿਚਾਰ ਹਨ। ਸਾਡੇ ਸਭਨਾਂ ਦੇ ਦਿਲ ਵਿੱਚ ਭੁੱਖ ਹੈ ਅਤੇ ਇਸ ਲਈ ਉਹ ਧਰਮ ਬਾਰੇ ਗੱਲ ਕਰਨੀ ਸ਼ੁਰੂ ਕਰਦੀ ਹੈ। ਧਿਆਨ ਦਿਓ ਅੱਗੇ ਕੀ ਹੋਇਆ। ਭਾਗ ਹਾਹਾ। ਉਹ ਸਾਡੀ ਜ਼ਿੰਮੇਵਾਰੀ ਨੂੰ ਆਰੰਭ ਕਰਦਾ ਹੈ। ਉਹ ਸਾਡੀ ਮਨੁੱਖਤਾਈ ਨਾਲ ਇਕਸਾਰ ਹੁੰਦਾ ਹੈ, ਸਾਡੀ ਉਸਤਾ ਨੂੰ ਸੱਦਾ ਦਿੰਦਾ ਹੈ, ਸਾਡੀ ਇਮਾਨਦਾਰੀ ਤੇ ਜ਼ੋਰ ਦਿੰਦਾ ਹੈ, ਸਾਡੀ ਧਾਰਮਿਕਤਾ ਨੂੰ ਅਯੋਗ ਠਹਿਰਾਉਂਦਾ ਹੈ ਤੇ ਸਾਡੀ ਜ਼ਿੰਮੇਵਾਰੀ ਨੂੰ ਆਰੰਭ ਕਰਦਾ ਹੈ। 25 ਅਤੇ 26 ਐਤ। ਤੀਮੀ ਨੇ ਉਸ ਨੂੰ ਆਖਿਆ, ਮੈਂ ਜਾਣਦੀ ਹਾਂ ਜੋ ਮਸੀਹ ਆਉਂਦਾ ਹੈ, ਜਾਂ ਉਹ ਆਊਗਾ ਤੇ ਸਾਨੂੰ ਸਭੇ ਕੁਝ ਦੱਸੂਗਾ। ਦੂਜੇ ਸ਼ਬਦਾਂ ਵਿੱਚ, ਪ੍ਰਭੂ, ਮੈਂ ਨਹੀਂ ਜਾਣਦੀ ਕਿ ਮੈਂ ਇਸ ਬਾਰੇ ਬਹਿਸ ਕਰ ਸਕਦੀ ਸੀ ਕਿ ਨਹੀਂ ਅਸੀਂ ਸਾਮਰੀਆ ਜਾਂ ਯਰੂਸ਼ਲਮ ਵਿੱਚ ਭਗਤੀ ਕਰਨੀ ਹੈ, ਪਰ ਮੈਂ ਤੈਨੂੰ ਇਹ ਜ਼ਰੂਰ ਦੱਸ ਸਕਦੀ ਹਾਂ ਕਿ ਮਸੀਹ ਆ ਰਿਹਾ ਹੈ। ਜਦੋਂ ਉਹ ਇੱਥੇ ਆਵੇਗਾ, ਉਹ ਸਾਡੇ ਲਈ ਸਭ ਕੁਝ ਸਿੱਧ ਕਰ ਦੇਵੇਗਾ। ਉਹ ਸਾਨੂੰ ਦੱਸੇਗਾ ਕਿ ਕਿੱਥੇ ਭਗਤੀ ਕਰਨੀ ਹੈ। ਕਿ ਤੁਸੀਂ ਉੱਥੇ ਹੋਣਾ ਪਸੰਦ ਨਹੀਂ ਕਰੋਗੇ? ਜਦੋਂ ਯਿਸੂ ਨੇ ਉਸ ਨੂੰ ਇੱਕ ਪਲ ਲਈ ਰੋਕਿਆ, ਉਸ ਵੱਲ ਤੱਕਿਆ ਅਤੇ ਕਿਹਾ, ਮੈਂ ਜੋ ਤੇਰੇ ਨਾਲ ਬੋਲਦਾ ਹਾਂ ਸੋ ਉਹੋ ਹੀ ਹਾਂ। ਫਿਰ ਆ। ਹਾਂ ਤੀਮੀ, ਮੈਂ ਜੋ ਤੇਰੇ ਨਾਲ ਬੋਲਦਾ ਹਾਂ ਸੋ ਉਹੀ ਹਾਂ। ਮੈਂ ਕੌਣ ਹਾਂ? ਮੈਂ ਮਸੀਹ ਹਾਂ, ਜਿਸ ਨੂੰ ਯੂਨਾਨੀ ਭਾਸ਼ਾ ਵਿੱਚ ਕ੍ਰਿਸਟ ਕਿਹਾ ਗਿਆ ਹੈ। ਉਹ ਗੱਲ ਕਰ ਰਹੀ ਸੀ ਕਿ ਜਦੋਂ ਯਿਸੂ ਆਵੇਗਾ ਉਹ ਸਭ ਕੁਝ ਸਿੱਧ ਕਰ ਦੇਵੇਗਾ ਅਤੇ ਯਿਸੂ ਨੇ ਕਿਹਾ, ਮੈਂ ਪਹਿਲਾਂ ਹੀ ਇੱਥੇ ਹਾਂ ਅਤੇ ਮੈਂ ਸਭ ਕੁਝ ਸਿੱਧ ਕਰ ਦਿਆਂਗਾ। ਉਸ ਇਤਿਹਾਸਕ ਦਿਨ ਸਾਮਰੀ ਔਰਤ ਨੇ ਵੀ ਉਹਨਾਂ ਚੋਣਾਂ ਦਾ ਸਾਹਮਣਾ ਕੀਤਾ ਜਿਨ੍ਹਾਂ ਦਾ ਅੱਜ ਅਸੀਂ ਸਾਰੇ ਕਰਦੇ ਹਾਂ। ਉਹ ਜਾਂ ਤਾਂ ਮਸੀਹ ਨੂੰ ਕਬੂਲ ਕਰ ਸਕਦੀ ਸੀ ਜਾਂ ਉਹ ਉਸ ਨੂੰ ਰੱਦ ਕਰ ਸਕਦੀ ਸੀ। ਵਿਚਕਾਰਲੀ ਕੋਈ ਥਾਂ ਨਹੀਂ ਸੀ। ਜਦੋਂ ਸਾਡਾ ਸਾਹਮਣਾ ਮਸੀਹ ਨਾਲ ਹੋ ਜਾਂਦਾ ਹੈ, ਜਦੋਂ ਅਸੀਂ ਆਪਣੇ ਆਪ ਨੂੰ ਵੇਖ ਲੈਂਦੇ ਹਾਂ, ਸਾਨੂੰ ਉਸ ਨੂੰ ਜਾਂ ਤਾਂ ਕਬੂਲ ਕਰਨਾ ਚਾਹੀਦਾ ਹੈ ਜਾਂ ਰੱਦ ਕਰਨਾ ਚਾਹੀਦਾ ਹੈ। ਨੰਬਰ 3, ਯਿਸੂ ਸਾਨੂੰ ਕਿਵੇਂ ਭੇਜਦਾ ਹੈ। ਫਿਰ ਬਾਈਬਲ 28 ਅਤੇ 30 ਐਤ ਵਿੱਚ ਸਾਨੂੰ ਦੱਸਦੀ ਹੈ, ਉਪਰੰਤ ਤੀਮੀ ਆਪਣਾ ਘੜਾ ਛੱਡ ਕੇ ਨਗਰ ਵਿੱਚ ਆ ਗਈ ਅਤੇ ਲੋਕਾਂ ਨੂੰ ਆਖਣ ਲੱਗੀ, ਚੱਲੋ ਇੱਕ ਮਨੁੱਖ ਨੂੰ ਵੇਖੋ ਜਿਹਨੇ ਜੋ ਕੁਝ ਮੈਂ ਕੀਤਾ ਸਭ ਹੀ ਕੁਝ ਮੈਨੂੰ ਦੱਸ ਦਿੱਤਾ। ਯਿਸੂ ਸਾਨੂੰ ਕਿਵੇਂ ਭੇਜਦਾ ਹੈ। ਜਿਉਂ ਹੀ ਉਸ ਨੇ ਤੌਬਾ ਕੀਤੀ, ਜੋ ਮੈਂ ਸੋਚਦਾ ਹਾਂ ਉਦੋਂ ਹੀ ਹੋਇਆ ਜਦੋਂ ਉਸ ਨੂੰ ਪਤਾ ਲੱਗਾ ਕਿ ਉਹ ਮਸੀਹ ਸੀ। ਪਹਿਲੀ ਗੱਲ ਜੋ ਉਸਨੇ ਕੀਤੀ, ਉਹ ਘਰ ਵਾਪਸ ਗਈ। ਤੁਹਾਡੇ ਵਿੱਚੋਂ ਕਿੰਨੇ ਜਣੇ ਜਾਣਦੇ ਹਨ ਕਿ ਜਦੋਂ ਤੁਸੀਂ ਬਚ ਜਾਂਦੇ ਹੋ ਤਾਂ ਤੁਹਾਨੂੰ ਦੂਜਿਆਂ ਨੂੰ ਦੱਸਣਾ ਚਾਹੀਦਾ ਹੈ
ਆਮ ਤੌਰ ਤੇ ਤੁਸੀਂ ਆਪਣੇ ਪਰਿਵਾਰ ਨੂੰ ਦੱਸਦੇ ਹੋ। ਹੁਣ ਕਿਸੇ ਨੇ ਮੈਨੂੰ ਪੁੱਛਿਆ, ਠੀਕ ਹੈ, ਉਹ ਮਰਦਾਂ ਨੂੰ ਕਿਉਂ ਦੱਸਣ ਗਈ? ਕਿਉਂਕਿ ਜੇ ਤੁਸੀਂ ਉਸ ਔਰਤ ਦੀ ਕਹਾਣੀ ਜਾਣਦੇ ਹੋ, ਉਹ ਸਾਰੇ ਮਰਦਾਂ ਨੂੰ ਜਾਣਦੀ ਸੀ। ਸ਼ਾਇਦ ਉਸ ਦੀ ਔਰਤਾਂ ਨਾਲ ਨਹੀਂ ਬਣਦੀ ਸੀ, ਪਰ ਉਹ ਸਾਰੇ ਮਰਦਾਂ ਨੂੰ ਚੰਗੀ ਤਰ੍ਹਾਂ ਜਾਣਦੀ ਸੀ। ਉਸਨੇ ਉਹਨਾਂ ਵਿੱਚੋਂ 5 ਨਾਲ ਵਿਆਹ ਕੀਤਾ ਸੀ। ਉਹ ਉਸ ਬਾਰੇ ਜਾਣਦੇ ਸਨ, ਇਸ ਲਈ ਉਹ ਵਾਪਸ ਗਈ ਅਤੇ ਸਾਰੇ ਮਰਦਾਂ ਨੂੰ ਇਕੱਠਾ ਕੀਤਾ। ਮੈਂ ਹੈਰਾਨ ਹਾਂ ਕਿ ਜਦੋਂ ਇਹ ਹੋਇਆ ਤਾਂ ਉਹਨਾਂ ਨੇ ਕੀ ਸੋਚਿਆ ਹੋਵੇਗਾ। ਜਦੋਂ ਤੁਸੀਂ ਬਚ ਜਾਂਦੇ ਹੋ ਤਾਂ ਸਭ ਤੋਂ ਪਹਿਲੀ ਗੱਲ ਜੋ ਤੁਸੀਂ ਕਰਦੇ ਹੋ ਉਹ ਇਹ ਹੈ ਕਿ ਤੁਸੀਂ ਕਿਸੇ ਨੂੰ ਯਿਸੂ ਬਾਰੇ ਦੱਸਣਾ ਚਾਹੁੰਦੇ ਹੋ, ਅਤੇ ਸਾਮਰੀ ਔਰਤ ਦੀ ਜ਼ਿੰਦਗੀ ਬਾਰੇ ਕੁਝ ਸੀ। ਜਦੋਂ ਉਹ ਵਾਪਸ ਸ਼ਹਿਰ ਵਿੱਚ ਆਈ, ਇਸ ਦਾ ਇਨਕਾਰ ਨਹੀਂ ਸੀ ਕੀਤਾ ਜਾ ਸਕਦਾ। ਆਪਣੀ ਬਾਈਬਲ ਵਿੱਚ ਐਤ 39 ਵਿੱਚ ਜਾਓ ਅਤੇ ਧਿਆਨ ਦਿਓ ਕਿ ਕੀ ਹੋਇਆ। ਇਹ ਕਹਿੰਦੀ ਹੈ, ਉਸ ਨਗਰ ਦੇ ਸਾਮਰੀਆਂ ਵਿੱਚੋਂ ਬਹੁਤਿਆਂ ਨੇ ਉਸ ਤੀਵੀਂ ਦੇ ਕਹਿਣ ਕਰਕੇ ਉਸ ਉੱਤੇ ਨਿਹਚਾ ਕੀਤੀ। ਕੀ ਉਹਨੇ ਸਾਖੀ ਦਿੱਤੀ ਸੀ, ਭਾਈ ਜੋ ਕੁਝ ਮੈਂ ਕੀਤਾ ਹੈ ਉਸਨੇ ਸਭੇ ਮੈਨੂੰ ਦੱਸ ਦਿੱਤਾ ਹੈ। ਸੋ ਉਹਨਾਂ ਸਾਮਰੀਆਂ ਨੇ ਜੋ ਉਸ ਦੇ ਕੋਲ ਆਏ ਤਾਂ ਉਸ ਦੇ ਅੱਗੇ ਅਰਜ਼ ਕੀਤੀ, ਜੋ ਸਾਡੇ ਕੋਲ ਹੀ ਰਹੇ। ਫਿਰ ਉਹ 2 ਦਿਨ ਉੱਥੇ ਹੀ ਰਿਹਾ, ਔਰ ਉਸ ਦੇ ਵਚਨ ਦੇ ਕਾਰਨ ਹੋਰ ਬਹੁਤਿਆਂ ਨੇ ਨੇਚਾ ਕੀਤੀ ਅਤੇ ਉਸ ਤੀਵੀਂ ਨੂੰ ਕਿਹਾ, ਹੁਣ ਜੋ ਅਸੀਂ ਨੇਚਾ ਕਰਦੇ ਸੋ ਤੇਰੇ ਕਹਿਣ ਕਰਕੇ ਨਹੀਂ, ਕਿਉਂਕਿ ਅਸਾਂ ਆਪ ਸੁਣਿਆ ਤੇ ਜਾਣਦੇ ਹਾਂ ਜੋ ਇਹ ਠੀਕ ਜਗਤ ਦਾ ਤਾਰਨਹਾਰਾ ਹੈ। ਇਸ ਨੂੰ ਸੁਣੋ। ਪਵਿੱਤਰ ਸ਼ਾਸਤਰ ਵਿੱਚ ਪਹਿਲੀ ਵਾਰ ਜਗਤ ਦਾ ਤਾਰਨਹਾਰਾ ਵਾਕ ਦਾ ਜ਼ਿਕਰ ਆਇਆ ਹੈ। ਇਹ ਵਾਕ ਨੀਚ ਸਾਮਰੀਆਂ ਦੇ ਬੁੱਲ੍ਹਾਂ ਵਿੱਚੋਂ ਆਉਂਦਾ ਹੈ। ਸਮਾਜ ਵਿੱਚੋਂ ਕੱਢੇ ਸਾਮਰੀ ਲੋਕ ਯਿਸੂ ਮਸੀਹ ਨੂੰ ਜਗਤ ਦਾ ਤਾਰਨਹਾਰਾ ਕਹਿਣ ਵਾਲੇ ਪਹਿਲੇ ਲੋਕ ਬਣੇ। ਯਿਸੂ ਦੀ ਉਸ ਸਾਮਰੀ ਔਰਤ ਨਾਲ ਗੱਲਬਾਤ ਕਾਰਨ ਸਾਰਾ ਸ਼ਹਿਰ ਬਦਲ ਗਿਆ, ਅਤੇ ਉਹ ਸਾਨੂੰ ਸਿਖਾਉਂਦਾ ਹੈ ਕਿ ਉਹ ਸਾਨੂੰ ਕਿਵੇਂ ਪਾਲਦਾ ਹੈ ਤੇ ਸਾਨੂੰ ਕਿਵੇਂ ਬਚਾਉਂਦਾ ਹੈ, ਅਤੇ ਫਿਰ ਸਾਨੂੰ ਉਸ ਥਾਂ ਤੇ ਕਿਵੇਂ ਭੇਜਦਾ ਹੈ ਜਿੱਥੋਂ ਅਸੀਂ ਆਏ ਹਾਂ, ਉਸ ਗੱਲ ਦਾ ਗਵਾਹ ਬਣਨ ਲਈ ਜੋ ਉਸਨੇ ਸਾਡੀ ਜ਼ਿੰਦਗੀ ਵਿੱਚ ਕੀਤਾ ਹੈ। ਦੋਸਤੋ, ਕੀ ਤੁਸੀਂ ਜਾਣਦੇ ਹੋ ਕਿ ਅਸੀਂ ਅਕਸਰ ਗੱਲਾਂ ਕਰਦੇ ਹਾਂ, ਗਵਾਹ ਬਣਨ ਦਾ ਕੀ ਮਤਲਬ ਹੈ? ਜੇ ਤੁਸੀਂ ਜ਼ਿਆਦਾਤਰ ਮਸੀਹ ਲੋਕਾਂ ਵਿੱਚ ਪਰਮੇਸ਼ਰ ਦਾ ਡਰ ਪਾਉਣਾ ਚਾਹੁੰਦੇ ਹੋ, ਤੁਸੀਂ ਉਹਨਾਂ ਨੂੰ ਦੱਸੋ ਕਿ ਤੁਸੀਂ ਚਾਹੁੰਦੇ ਹੋ ਕਿ ਉਹ ਮੰਗਲਵਾਰ ਰਾਤ ਨੂੰ ਆਉਣ। ਤੁਸੀਂ ਗਵਾਹੀ ਦੇਣੀ ਹੈ। ਉਹ ਡਰ ਦੇ ਮਾਰੇ ਘਰੇ ਹੀ ਰਹਿਣਗੇ, ਕਿਉਂਕਿ ਜ਼ਿਆਦਾਤਰ ਮਸੀਹ ਲੋਕ ਗਵਾਹੀ ਦੇਣ ਤੋਂ ਡਰਦੇ ਹਨ। ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਗਵਾਹੀ ਕੀ ਹੈ। ਗਵਾਹੀ ਉਹੀ ਹੈ ਜੋ ਉਸ ਸਾਮਰੀ ਔਰਤ ਨੇ ਕੀਤਾ। ਉਹ ਵਾਪਸ ਗਈ ਅਤੇ ਜਾ ਕੇ ਉਸਨੇ ਹਰੇਕ ਨੂੰ ਉਹ ਦੱਸਿਆ ਜੋ ਯਿਸੂ ਨੇ ਉਹਦੀ ਜ਼ਿੰਦਗੀ ਵਿੱਚ ਕੀਤਾ ਸੀ। ਬਸ ਇੰਨੀ ਗੱਲ ਹੈ। ਜੇ ਤੁਸੀਂ ਯਿਸੂ ਨੂੰ ਮਿਲ ਚੁੱਕੇ ਹੋ, ਤੁਸੀਂ ਗਵਾਹੀ ਦੇ ਸਕਦੇ ਹੋ। ਤੁਸੀਂ ਜਾਣਦੇ ਹੋ ਕੋਈ ਹੈ ਜੋ ਤੁਹਾਡੀ ਜ਼ਿੰਦਗੀ ਵਿੱਚ ਹੁਣ ਤੁਹਾਨੂੰ ਠੇਸ ਪਹੁੰਚਾ ਰਿਹਾ ਹੈ। ਤੁਹਾਨੂੰ ਉਹਨਾਂ ਨੂੰ ਗਵਾਹੀ ਦੇਣ ਦੀ ਲੋੜ ਹੈ। ਤੁਸੀਂ ਸਿਰਫ ਉਹਨਾਂ ਨੂੰ ਇਹ ਦੱਸਣਾ ਹੈ ਕਿ ਯਿਸੂ ਤੁਹਾਡੇ ਲਈ ਕੀ ਅਹਿਮੀਅਤ ਰੱਖਦਾ ਹੈ। ਗਵਾਹੀ ਦਾ ਇਹੋ ਹੀ ਮਤਲਬ ਹੈ। ਖੈਰ, ਤੁਸੀਂ ਕਹੋਗੇ ਇਸ ਨਾਲ ਕੀ ਭਲਾ ਹੋਵੇਗਾ? ਤੁਸੀਂ ਉਡੀਕ ਕਰੋ, ਇਸ ਦਾ ਉਹੀ ਪ੍ਰਭਾਵ ਹੋਵੇਗਾ ਜੋ ਸਾਮਰੀਆ ਵਿੱਚ ਹੋਇਆ ਸੀ। ਜਦੋਂ ਲੋਕ ਤੁਹਾਡੀ ਜ਼ਿੰਦਗੀ ਵਿੱਚ ਸੱਚਾਈ ਨੂੰ ਵੇਖਣਾ ਸ਼ੁਰੂ ਕਰ ਦਿੰਦੇ ਹਨ ਅਤੇ ਤੁਸੀਂ ਉਹਨਾਂ ਨੂੰ ਦੱਸਣ ਦੀ ਹਿੰਮਤ ਕਰਦੇ ਹੋ ਕਿ ਇਸ ਸੱਚਾਈ ਦਾ ਸਬੰਧ ਉਸ ਸ਼ਖਸ ਨਾਲ ਜਿਸ ਨੂੰ ਤੁਸੀਂ ਜਾਣ ਲਿਆ ਹੈ, ਉਹ ਵੀ ਉਸ ਨੂੰ ਜਾਣਨਾ ਚਾਹੁਣਗੇ। ਅਤੇ ਇੱਕ ਕਲੀਸਿਆ ਦੇ ਤੌਰ ਤੇ ਅਸੀਂ ਇਸ ਬਾਰੇ ਗਵਾਹੀ ਦੇਣੀ ਹੈ। ਸਾਨੂੰ ਆਪਣੇ ਸਮਾਜ ਵਿੱਚ ਇਹ ਕਰਨਾ ਚਾਹੀਦਾ ਹੈ। ਸਾਨੂੰ ਬਾਹਰ ਜਾ ਕੇ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਯਿਸੂ ਤੁਹਾਡੇ ਲਈ ਕੀ ਮਾਇਨਾ ਰੱਖਦਾ ਹੈ। ਜਦੋਂ ਅਸੀਂ ਇਸ ਤਰ੍ਹਾਂ ਕਰਾਂਗੇ, ਅਸੀਂ ਫਰਕ ਪੈਦਾ ਕਰਾਂਗੇ। ਅੱਜ ਤੁਹਾਡੇ ਵਿੱਚੋਂ ਕੋਈ ਨਾ ਕੋਈ ਜਿਸ ਦੇ ਦਿਲ ਵਿੱਚ ਯਿਸੂ ਨਹੀਂ ਹੈ, ਤੁਸੀਂ ਉਸ ਤੇ ਮੁਕਤੀਦਾਤਾ ਵਜੋਂ ਭਰੋਸਾ ਨਹੀਂ ਕੀਤਾ ਹੈ, ਤੁਸੀਂ ਉਸ ਨੂੰ ਆਪਣੀ ਜ਼ਿੰਦਗੀ ਵਿੱਚ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਹੈ। ਪਰ ਅੱਜ ਤੁਹਾਡਾ ਦਿਨ ਹੈ। ਅੱਜ ਤੁਹਾਡੀ ਜ਼ਿੰਦਗੀ ਵਿੱਚ ਮਹੱਤਵਪੂਰਨ ਪਲ ਹੈ। ਅੱਜ ਤੁਸੀਂ ਉਸ ਨੂੰ ਕਬੂਲ ਕਰ ਸਕਦੇ ਹੋ ਜਿਹੜਾ ਤੁਹਾਨੂੰ ਭਾਲਣ ਲਈ ਆਇਆ ਹੈ, ਅਤੇ ਤੁਸੀਂ ਮਸੀਹੀ ਬਣ ਸਕਦੇ ਹੋ। ਆਮੀਨ। ਪਿਆਰੇ ਦਰਸ਼ਕੋ, ਤੁਸੀਂ ਦੇਖ ਰਹੇ ਸੀ ਆਪਣਾ ਮਨਪਸੰਦ ਪ੍ਰੋਗਰਾਮ ਦਿਸ਼ਾ ਪਰਿਵਰਤਨ। ਅੱਜ ਅਸੀਂ ਸਿੱਖਿਆ ਕਿ ਪ੍ਰਭੂ ਯਿਸੂ ਜੀ ਸਾਨੂੰ ਕਿਵੇਂ ਬਚਾਉਂਦੇ ਹਨ। ਪ੍ਰਭੂ ਯਿਸੂ ਜੀ ਯਾਕੂਬ ਦੇ ਖੂਹ ਤੇ ਬੈਠ ਕੇ ਇੱਕ ਸਾਮਰੀ ਇਸਤਰੀ ਦੇ ਨਾਲ ਗੱਲਾਂ ਬਾਤਾਂ ਕਰ ਰਹੇ ਸੀ। ਉਹ ਸਾਮਰੀ ਇਸਤਰੀ ਨੂੰ ਕਹਿੰਦੇ ਹਨ ਕਿ ਜੇਕਰ ਤੂੰ ਜਾਣਦੀ ਕਿ ਤੂੰ ਕਿਸ ਨੂੰ ਪਾਣੀ ਪਿਲਾਉਂਦੀ ਹੈ ਤਾਂ ਤੂੰ ਉਸ ਤੋਂ ਅੰਮ੍ਰਿਤ ਜਲ ਮੰਗਦੀ। ਅਸੀਂ ਜਾਣਿਆ ਕਿ ਪ੍ਰਭੂ ਯਿਸੂ ਜੀ ਲੋਕਾਂ ਨੂੰ ਬਚਾਉਣ ਦੇ ਲਈ ਉਹਨਾਂ ਦੀ ਉਤਸੁਕਤਾ ਨੂੰ ਜਗਾਉਂਦੇ ਹਨ। ਸਾਮਰੀ ਇਸਤਰੀ ਦੀ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਪਰਮੇਸ਼ਰ ਦੁਆਰਾ ਕੀਤਾ ਗਿਆ ਮੁਕਤੀ ਦਾ ਇੰਤਜ਼ਾਮ ਸਾਰਿਆਂ ਦੇ ਲਈ ਹੈ। ਪ੍ਰਭੂ ਯਿਸੂ ਜੀ
ਇਸ ਗੱਲ ਦੀ ਪਰਵਾਹ ਨਹੀਂ ਕਰਦੇ ਕਿ ਸਾਹਮਣੇ ਵਾਲੇ ਵਿਅਕਤੀ ਦਾ ਚਰਿੱਤਰ ਕਿਹੋ ਜਿਹਾ, ਪਰ ਉਹ ਇਹ ਜ਼ਰੂਰ ਚਾਹੁੰਦੇ ਹਨ ਕਿ ਉਹ ਆਪਣੇ ਪਾਪਾਂ ਤੋਂ ਤੌਬਾ ਕਰੇ ਅਤੇ ਹਮੇਸ਼ਾ ਦੇ ਲਈ ਉਹਨਾਂ ਗੱਲਾਂ ਨੂੰ ਛੱਡ ਕੇ ਉਹਦੇ ਪਿੱਛੇ ਹੋ ਲੇ ਜਿਹਨੂੰ ਅਸੀਂ ਪਾਪ ਕਹਿੰਦੇ ਹਾਂ। ਇਸ ਤੋਂ ਬਾਅਦ ਅਸੀਂ ਕਈ ਹੋਰ ਗੱਲਾਂ ਦੇ ਉੱਤੇ ਗੌਰ ਕੀਤਾ ਜੋ ਸਾਨੂੰ ਸਾਡੇ ਪਾਪਾਂ ਤੋਂ ਬਚਾ ਸਕਦੀਆਂ ਹਨ। ਅਸੀਂ ਇਮਾਨਦਾਰੀ ਦੇ ਦੁਆਰਾ ਬਚਾਏ ਜਾ ਸਕਦੇ ਹਾਂ। ਸਾਨੂੰ ਮੰਨਣਾ ਪਏਗਾ ਕਿ ਸਾਡੀ ਆਪਣੀ ਧਾਰਮਿਕਤਾ ਸਾਨੂੰ ਬਚਾ ਨਹੀਂ ਸਕਦੀ। ਫਿਰ ਅਸੀਂ ਜਾਣਿਆ ਕਿ ਯਿਸੂ ਜੀ ਸਾਨੂੰ ਕਿਵੇਂ ਭੇਜਦੇ ਹਨ। ਅਸੀਂ ਜਾਣਿਆ ਕਿ ਜਦੋਂ ਅਸੀਂ ਬਚ ਜਾਂਦੇ ਹਾਂ ਤਾਂ ਸਾਨੂੰ ਵਾਪਸ ਜਾ ਕੇ ਆਪਣੇ ਪਰਿਵਾਰਾਂ, ਦੋਸਤਾਂ, ਮਿੱਤਰਾਂ ਆਦਿ ਨੂੰ ਦੱਸਣਾ ਚਾਹੀਦਾ ਹੈ। ਸਾਮਰੀ ਇਸਤਰੀ ਵੀ ਆਪਣੇ ਪਿੰਡ ਦੇ ਵਿੱਚ ਵਾਪਸ ਗਈ ਅਤੇ ਜੋ ਕੁਝ ਉਸ ਦੇ ਨਾਲ ਹੋਇਆ ਉਹ ਲੋਕਾਂ ਨੂੰ ਦੱਸਿਆ ਅਤੇ ਲੋਕਾਂ ਨੇ ਪ੍ਰਭੂ ਯਿਸੂ ਜੀ ਦੇ ਉੱਤੇ ਵਿਸ਼ਵਾਸ ਕੀਤਾ। ਦੋਸਤੋ, ਅਸੀਂ ਜਾਣਿਆ ਕਿ ਜ਼ਿਆਦਾਤਰ ਲੋਕ ਆਪਣੀ ਗਵਾਹੀ ਦੇਣ ਤੋਂ ਡਰਦੇ ਹਨ। ਗਵਾਹੀ ਕੀ ਹੈ? ਗਵਾਹੀ ਉਹੀ ਹੈ ਜੋ ਸਾਮਰੀ ਇਸਤਰੀ ਨੇ ਦਿੱਤੀ। ਸਾਡੇ ਬਚਾਏ ਜਾਣ ਵਿੱਚ ਜੋ ਕੁਝ ਪ੍ਰਭੂ ਨੇ ਕੀਤਾ, ਉਹਨਾਂ ਗੱਲਾਂ ਨੂੰ ਉਵੇਂ ਹੀ ਸਧਾਰਨ ਤਰੀਕੇ ਦੇ ਨਾਲ ਦੂਜੇ ਲੋਕਾਂ ਦੇ ਨਾਲ ਸਾਂਝਾ ਕਰਨਾ, ਇਸ ਨੂੰ ਆਪਾਂ ਗਵਾਹੀ ਕਹਿੰਦੇ ਹਾਂ ਅਤੇ ਸਾਨੂੰ ਆਪਣੀ ਗਵਾਹੀ ਜ਼ਰੂਰ ਦੇਣੀ ਚਾਹੀਏ। ਪਰਮੇਸ਼ਰ ਤੁਹਾਨੂੰ ਸਾਰਿਆਂ ਨੂੰ ਇਹਨਾਂ ਵਚਨਾਂ ਦੇ ਰਾਹੀਂ ਆਸ਼ੀਸ਼ ਔਰ ਬਰਕਤ ਦੇਵੇ। ਆਓ ਪ੍ਰਾਰਥਨਾ ਕਰੀਏ। ਸਾਡੇ ਅਨੁਗ੍ਰਹਕਾਰੀ ਦਿਆਲੂ ਪਰਮੇਸ਼ਰ ਪ੍ਰਭੂ ਯਿਸੂ ਜੀ ਦੇ ਨਾਮ 'ਚ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਅੱਜ ਦੇ ਵਚਨ ਦੇ ਦੁਆਰਾ ਸਾਨੂੰ ਪ੍ਰਭੂ ਜੀ ਇਸ ਗੱਲ ਨੂੰ ਸਿਖਾਇਆ ਕਿ ਤੁਸੀਂ ਚਾਹੁੰਦੇ ਹਨ ਕਿ ਲੋਕ ਜਦ ਤੁਹਾਡੇ ਨਾਲ ਗੱਲਬਾਤ ਕਰਨ ਇਸ ਗੱਲ ਨੂੰ ਪਛਾਣਨ ਕਿ ਤੁਸੀਂ ਕੌਣ ਹੋ। ਕਿਉਂਕਿ ਪਿਤਾ ਪਰਮੇਸ਼ਰ, ਜਦ ਤੁਸੀਂ ਸਾਮਰੀ ਇਸਤਰੀ ਨਾਲ ਗੱਲ ਕਰ ਰਹੇ ਸੀ, ਤੁਸੀਂ ਉਸ ਨੂੰ ਕਿਹਾ, ਜੇ ਤੂੰ ਜਾਣਦੀ ਕਿ ਤੂੰ ਕਿਸ ਨੂੰ ਪਾਣੀ ਪਿਲਾ ਰਹੀ ਹੈ, ਤੂੰ ਕਿਸ ਨਾਲ ਗੱਲਾਂ ਕਰ ਰਹੀ ਹੈ, ਤਾਂ ਤੂੰ ਉਸ ਤੋਂ ਅੰਮ੍ਰਿਤ ਜਲ ਦੀ ਮੰਗ ਕਰਦੀ। ਪ੍ਰਭੂ ਜੀ, ਅਸੀਂ ਜਾਣਦੇ ਹਾਂ ਕਿ ਤੁਸੀਂ ਮੁਕਤੀਦਾਤਾ ਹੋ। ਅਸੀਂ ਜਾਣਦੇ ਹਾਂ ਕਿ ਸਵਰਗ ਦਾ ਰਾਹ ਤੁਸੀਂ ਹੋ। ਅਸੀਂ ਜਾਣਦੇ ਹਾਂ ਕਿ ਮਾਰਗ, ਸੱਚਾਈ ਅਤੇ ਜੀਵਨ ਤੁਸੀਂ ਹੋ। ਤੁਹਾਡੇ ਇਲਾਵਾ ਹੋਰ ਸਾਨੂੰ ਕੋਈ ਸਦੀਪਕ ਜੀਵਨ ਨਹੀਂ ਦੇ ਸਕਦਾ। ਪ੍ਰਭੂ ਜੀ, ਅੱਜ ਦੇ ਵਚਨ ਦੇ ਅਨੁਸਾਰ ਸਾਨੂੰ ਆਸ਼ੀਸ਼ ਅਤੇ ਬਰਕਤ ਦਿਓ ਔਰ ਜਿਸ ਕਿਸੇ ਨੂੰ ਵੀ ਪਿਤਾ ਪਰਮੇਸ਼ਰ ਅੱਜ ਤੁਹਾਡੇ ਸਦੀਪਕ ਜੀਵਨ ਦੀ ਲੋੜ ਹੈ, ਉਹਨਾਂ ਤੇ ਕਿਰਪਾ ਕਰੋ ਤਾਂ ਕਿ ਉਹ ਤੁਹਾਡੇ ਕੋਲ ਆ ਕੇ ਉਸ ਅੰਮ੍ਰਿਤ ਜਲ ਦੀ ਮੰਗ ਕਰ ਸਕੇ ਜੋ ਉਹਨੂੰ ਸਦੀਪਕ ਜੀਵਨ ਦਿੰਦਾ। ਪ੍ਰਭੂ, ਤੁਹਾਡਾ ਧੰਨਵਾਦ ਕਰਦੇ ਹਾਂ ਇਸ ਅੱਛੇ ਵਚਨ ਵਾਸਤੇ। ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਮੰਗਦੇ ਹਾਂ, ਆਮੀਨ। ਸਾਰਿਆਂ ਨੂੰ ਜੈ ਮਸੀਹ ਦੀ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।